ਖਾਤੇ ਨਾਮ ਵਾਹਿਗੁਰੂ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਨਿਤਾ ਪ੍ਰਤੀ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਸਾਂਝ ਬਣਾਉਂਦੇ ਹਾਂ। ਅੱਜ ਅਸੀਂ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀ ਹੋਈ 10ਵੀਂ ਵਾਰ, ਜਿਸ ਵਿੱਚ ਭਗਤਾਂ ਦੇ ਇਤਿਹਾਸ, ਉਹਨਾਂ ਦੀਆਂ ਸਾਖੀਆਂ ਜਿਹੜੀਆਂ ਨੇ ਉਹਨਾਂ ਦਾ ਜ਼ਿਕਰ ਹੈ, ਉਹਨਾਂ ਉੱਤੇ ਵਿਚਾਰ ਕਰਨੀ ਹੈ। ਇਸ ਵਾਰ ਦੇ ਅੰਦਰ ਕੁੱਲ 23 ਪੌੜੀਆਂ ਹਨ, ਜਿਨ੍ਹਾਂ ਦੇ ਵਿੱਚ ਭਾਈ ਗੁਰਦਾਸ ਜੀ ਨੇ 4 ਯੁੱਗਾਂ ਦੇ ਭਗਤਾਂ ਦਾ ਜ਼ਿਕਰ ਕੀਤਾ ਹੈ। ਸਤਿਯੁਗ, ਤ੍ਰੇਤਾ ਯੁੱਗ, ਕਲਯੁੱਗ ਤੇ ਨਾਲ ਕਲਯੁੱਗ। ਇਹ 4 ਯੁੱਗਾਂ ਦੀ ਗੱਲ ਕੀਤੀ ਹੈ। ਪਹਿਲਾ ਸਤਿਯੁਗ, ਦੂਜਾ ਤ੍ਰੇਤਾ ਯੁੱਗ, ਤੀਜਾ ਦੁਆਪਰ ਯੁੱਗ ਤੇ ਚੌਥਾ ਯੁੱਗ ਜਿਹੜਾ ਹੈ ਉਹ ਹੈ ਕਲਯੁੱਗ। ਇਹਨਾਂ 4 ਯੁੱਗਾਂ ਦੇ ਭਗਤਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਵਾਰ ਦੇ ਅੰਦਰ ਕੀਤਾ ਹੈ। ਭਗਤ ਕਿਹਨੂੰ ਕਿਹਾ ਗਿਆ ਹੈ, ਸਭ ਤੋਂ ਪਹਿਲਾਂ ਅਸੀਂ ਇਹਦੀ ਵਿਚਾਰ ਕਰਾਂਗੇ। ਫਿਰ ਆਰੰਭਤਾ ਵਾਲੀ ਜਿਹੜੀ ਪੌੜੀ ਹੈ, ਜਿਹਦੀ ਅਸੀਂ ਅੱਜ ਵਿਚਾਰ ਆਰੰਭ ਕਰਨੀ ਹੈ, ਉਹਦਾ ਮੂਲ ਪਾਠ ਕਰਾਂਗੇ ਤੇ ਉਸ ਮੂਲ ਪਾਠ ਤੋਂ ਬਾਅਦ ਅਸੀਂ ਇਸ ਵਿੱਚ ਜੋ ਭਗਤਾਂ ਦੇ ਬਾਰੇ ਦਰਸਾਇਆ ਗਿਆ ਹੈ, ਭਗਤ ਧਰੂ ਜੀ ਬਾਰੇ, ਉਹਦੇ ਉੱਤੇ ਵਿਚਾਰ ਕਰਨੀ ਹੈ। ਆਓ ਸਭ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਵਿਚਾਰ ਕਰੀਏ ਕਿ ਭਗਤ ਹੈ ਕੀ। ਅਸਲ ਵਿੱਚ ਭਗਤ ਉਹ ਹੈ ਜਿਹੜਾ ਆਪਣੀ ਇਸ਼ਟ ਦੀ ਆਰਾਧਨਾ ਕਰਦਾ ਹੈ, ਸੱਚੇ ਮਨੋਂ ਆਰਾਧਨਾ ਕਰਦਾ ਹੈ, ਉਹਨੂੰ ਯਾਦ ਕਰਦਾ ਹੈ, ਉਹਦੀ ਬੰਦਗੀ ਕਰਦਾ ਹੈ ਤੇ ਬੰਦਗੀ ਕਰਦਿਆਂ ਕਰਦਿਆਂ ਪਰਮ ਸਤ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਇਹਨਾਂ ਵਾਰਾਂ ਦੇ ਅੰਦਰ ਵੀ ਭਾਈ ਗੁਰਦਾਸ ਜੀ ਨੇ, ਜਿਨ੍ਹਾਂ ਨੇ ਆਪਣੇ ਇਸ਼ਟ ਨੂੰ ਆਰਾਧ ਕੇ ਇਸ ਧਰਤੀ ਦੇ ਉੱਤੇ ਆਰਾਧਨਾ ਕਰਕੇ ਤੇ ਸੰਸਾਰ ਦੇ ਨਾਲੋਂ ਮੋਹ ਤੋੜ ਕੇ ਉਸ ਪਰਮ ਸਤ ਨੂੰ ਪ੍ਰਾਪਤ ਹੋਏ ਨੇ, ਉਹਨਾਂ ਦਾ ਜ਼ਿਕਰ ਕੀਤਾ ਹੈ। ਸਭ ਤੋਂ ਪਹਿਲੀ ਜਿਹੜੀ ਪੌੜੀ ਹੈ, ਜਿਸ ਦੇ ਅੰਦਰ ਭਾਈ ਗੁਰਦਾਸ ਜੀ ਨੇ ਭਗਤ ਧਰੂ ਦਾ ਜ਼ਿਕਰ ਕੀਤਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇਹਦਾ ਮੂਲ ਪਾਠ ਕਰਾਂਗੇ। ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਜੀ। ਭਾਈ ਗੁਰਦਾਸ ਜੀ ਲਿਖਦੇ ਹਨ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਭ ਤੋਂ ਪਹਿਲਾਂ ਜਦੋਂ ਵਾਰ ਆਰੰਭ ਹੁੰਦੀ ਹੈ ਤੇ ਮੂਲ ਮੰਤਰ ਸੰਖੇਪ ਰੂਪ ਦੇ ਵਿੱਚ ਜਿਹੜਾ ਉਹ ਉਚਾਰਨ ਕੀਤਾ ਹੈ। ਉਸ ਤੋਂ ਬਾਅਦ ਫਿਰ ਪਹਿਲੀ ਪੌੜੀ ਆਰੰਭ ਹੁੰਦੀ ਹੈ, ਜਿਹਦਾ ਸਿਰਲੇਖ ਹੈ ਧਰੂ ਭਗਤ। ਤੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਕਿਉ ਪੁੱਛੜ ਲੀਤਾ, ਬਾਹੋਂ ਪਕੜੋ ਠਾਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੁੱਡਹੋ ਲਿਕਾ ਮਾਂ ਪੁੱਛੈ, ਤੂੰ ਸਵਾਣੀ ਹੈ ਕਿਸ ਰੀਤਾ, ਸਵਾਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਕਿਸ ਉਦਮ ਤੇ ਰਾਜ ਮਿਲੈ, ਸਤਰੂ ਤੇ ਸਭ ਹੋਵਣ ਮੀਤਾ, ਪਰਮੇਸ਼ਰ ਆਰਾਧੀਐ ਜਿਦੂ ਹੋਈਐ ਪਤਿਤ ਪੁਨੀਤਾ, ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ, ਨਾਮ ਨਿਧਾਨ ਅਮਿਓ ਰਸ ਪੀਤਾ, ਪਿਛੋਂ ਰਾਜੇ ਸੱਦਿਆ, ਅਬਚਲ ਰਾਜ ਕਰਹੁ ਨਿਤ ਨੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ।
ਭਾਈ ਇਸ ਸੰਸਾਰ ਦੇ ਉੱਤੇ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹਨ ਕਿ ਭਗਤ ਧਰੂ ਜੀ ਹੋਏ ਨੇ ਜਿਨ੍ਹਾਂ ਨੇ ਇਸ ਸੰਸਾਰ ਦੇ ਉੱਤੇ ਆਪਣੇ ਇਸ਼ਟ ਦੀ ਆਰਾਧਨਾ ਕਰਕੇ ਉਸ ਪਰਮ ਸਤ ਨੂੰ ਪ੍ਰਾਪਤ ਕੀਤਾ। ਭਗਤ ਧਰੂ ਕੌਣ ਹੈ? ਸਭ ਤੋਂ ਪਹਿਲਾਂ ਅਸੀਂ ਇਹਦੀ ਵਿਚਾਰ ਕਰਨੀ ਹੈ ਕਿ ਭਗਤ ਧਰੂ ਕੌਣ ਸਨ, ਕਿਸ ਘਰਾਣੇ ਦੇ ਵਿੱਚ ਪੈਦਾ ਹੋਏ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਉਤਾਪਾਦ ਜਿਹੜਾ ਰਾਜਾ ਸੀ ਨਾ, ਉਤਾਨਪਾਦ, ਇਹਦੇ ਘਰ ਦੇ ਵਿੱਚ ਭਗਤ ਧਰੂ ਨੇ ਜਨਮ ਲਿਆ। ਇਹਦੀਆਂ ਦੋ ਇਸਤਰੀਆਂ ਸਨ, ਇੱਕ ਇਸਤਰੀ ਸੀ ਸੁਨੀਤ ਤੇ ਇੱਕ ਸੀ ਸਰੂਚੀ। ਇਹ ਦੋਨਾਂ ਦੇ ਨਾਲ ਇਸ ਰਾਜੇ ਨੇ ਆਪਣਾ ਵਿਆਹ ਕਰਾਇਆ ਹੋਇਆ ਸੀ। ਇਹਦੇ ਅੱਗੋਂ ਦੋਨਾਂ ਵਹੁਟੀਆਂ ਦੇ ਘਰਾਂ ਦੇ ਵਿੱਚੋਂ ਇੱਕ ਇੱਕ ਔਲਾਦ ਪੈਦਾ ਹੋਈ। ਇੱਕ ਦੇ ਘਰੋਂ ਉੱਤਮ ਨੇ ਜਨਮ ਲਿਆ ਤੇ ਇੱਕ ਦੇ ਘਰੋਂ ਧਰੂ ਨੇ ਜਨਮ ਲਿਆ। ਇਹਨੇ ਆਪਣੇ ਰਾਜ ਦੇ ਵਿੱਚ ਜਿਹੜਾ ਉੱਤਮ ਸੀ ਉਹਦੀ ਮਾਂ ਦੇ ਨਾਲ ਬਹੁਤ ਲਗਾਓ ਰੱਖਦਾ ਸੀ, ਉਹਦੇ ਨਾਲ ਬਹੁਤ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਂਦਾ ਸੀ। ਉਹਨੂੰ ਇਹਨੇ ਆਪਣੀ ਰਾਣੀ ਬਣਾ ਕੇ ਰੱਖਿਆ ਸੀ। ਤੇ ਜਿਹੜਾ ਭਗਤ ਧਰੂ ਹੋਇਆ ਨਾ, ਇਹ ਸਰੂਚੀ ਜਿਹੜੀ ਸੀ, ਸਭ ਤੋਂ ਪਹਿਲਾਂ ਤੇ ਇਹ ਰਾਣੀ ਬਣੀ ਤੇ ਸੁਨੀਤ ਜਿਹੜੀ ਸੀ ਇਹ ਧਰੂ ਦੀ ਮਾਂ ਸੀ। ਇਹਨੇ ਨਾ ਜਦੋਂ ਇਹਦਾ ਆਨੰਦ ਹੋਇਆ ਤੇ ਇਹਦਾ ਰਾਜੇ ਦਾ ਲਗਾਅ ਜਿਹੜਾ ਸੀ ਸਰੂਚੀ ਦੇ ਨਾਲ ਬਣ ਗਿਆ। ਸੁਨੀਤ ਦੇ ਨਾਲ ਇਹਨੇ ਦੁਰਵਿਵਹਾਰ ਕਰਨਾ ਸ਼ੁਰੂ ਕੀਤਾ ਤੇ ਭਗਤ ਧਰੂ ਬਹੁਤ ਛੋਟੀ ਉਮਰ ਦੇ ਵਿੱਚ ਸੀ, ਬਾਲ ਅਵਸਥਾ ਦੇ ਵਿੱਚ। ਉਹ ਸਾਹਮਣੇ ਤੱਕਦਾ ਸੀ ਕਿ ਮੇਰੀ ਮਾਂ ਦੇ ਨਾਲ ਜਿਹੜਾ ਵਾ ਉਹ ਮੇਰੇ ਪਿਤਾ ਦਾ ਲਗਾਵ ਨਹੀਂ, ਇਹਨੂੰ ਬਹੁਤ ਜਿਸ ਤਰ੍ਹਾਂ ਗੋਲੀਆਂ ਰੱਖੀ ਦੀਆਂ ਉਸ ਤਰ੍ਹਾਂ ਰੱਖਦਾ ਹੈ। ਗੁਰਬਾਣੀ ਦੇ ਅੰਦਰ ਵੀ ਜ਼ਿਕਰ ਹੈ ਕਿ ਭਗਤ ਧਰੂ ਦੀ ਉਮਰ ਬਹੁਤ ਥੋੜੀ ਸੀ। ਗੁਰੂ ਅਰਜਨ ਪਾਤਸ਼ਾਹ ਜੀ ਦਾ ਮਾਰੂ ਰਾਗ ਦੇ ਅੰਦਰ ਦਰਜ ਕਰਦੇ ਨੇ ਕਿ 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਨਾਰੇ। ਭਾਵ ਕਿ 5 ਸਾਲਾਂ ਦੀ ਉਮਰ ਸੀ ਜਦੋਂ ਭਗਤ ਧਰੂ ਨੇ ਉਸ ਪਰਮਾਤਮਾ ਨੂੰ ਪਾ ਲਿਆ। ਉਸ ਪਰਮਾਤਮਾ ਨੂੰ ਆਰਾਧ ਕੇ, ਆਪਣੇ ਇਸ਼ਟ ਨੂੰ ਆਰਾਧ ਕੇ ਉਸ ਪਰਮਾਤਮਾ ਦੇ ਵਿੱਚ ਪਰਮ ਜੋਤੀ ਦੇ ਵਿੱਚ ਲੀਨ ਹੋ ਗਿਆ ਸੀ। ਬਹੁਤ ਛੋਟੀ ਉਮਰ ਸੀ। ਇਹ ਕੀ ਤੱਕਦਾ ਹੈ ਕਿ ਮੇਰਾ ਪਿਓ ਮੇਰੀ ਮਾਂ ਦੇ ਨਾਲ ਲਗਾਵ ਘੱਟ ਰੱਖਦਾ ਹੈ, ਪਰ ਕੀ ਹੈ ਕਿ ਹੁਣ ਰਾਜ ਦੇ ਵਿੱਚ ਰਹਿਣਾ ਤੇ ਪੈਣਾ ਸੀ ਨਾ। ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਕੀ ਵੇਖਿਆ ਕਿ ਪਿਤਾ ਦੀ ਗੋਦ ਵਿੱਚ ਵੱਡਾ ਭਰਾ ਉੱਤਮ ਬੈਠਾ ਹੈ ਤੇ ਮਨ ਦੇ ਵਿੱਚ ਲਾਲਸਾ ਜਾਗੀ। ਸੰਸਾਰ ਦੇ ਉੱਤੇ, ਦੁਨੀਆ ਦੇ ਉੱਤੇ ਕਿਹੜਾ ਐਸਾ ਇਨਸਾਨ ਹੈ ਜਿਹਨੂੰ ਆਪਣੇ ਮਾਂ ਤੇ ਪਿਓ ਦੇ ਨਾਲ ਲਗਾ ਨਾ ਹੋਵੇ। ਹੁਣ ਮੋਹ ਤੇ ਜਾਗ ਉੱਠਦਾ ਨਾ। ਭਗਤ ਧਰੂ ਦਾ ਵੀ ਮੋਹ ਜਾਗਿਆ ਕਿ ਕਿਉਂ ਨਾ ਮੈਂ ਆਪਣੇ ਪਿਤਾ ਦੀ ਗੋਦ ਵਿੱਚ ਬੈਠਾ। ਜਦੋਂ ਬੱਚਾ ਦੌੜ ਕੇ ਪਿਓ ਦੀ ਗੋਦ ਵਿੱਚ ਬੈਠਾ ਤੇ ਕੀ ਹੁੰਦਾ ਹੈ ਕਿ ਜਿਹੜੀ ਸਰੂਚੀ ਹੈ ਨਾ, ਉੱਤਮ ਦੀ ਮਾਂ, ਉਹ ਬੜੀ ਘਿਰਣਾ ਕਰਦੀ ਹੈ। ਬੱਚੇ ਨੂੰ ਗੋਦ ਵਿੱਚ ਬੈਠਾ ਦੇਖ ਕੇ ਤੇ ਦੌੜ ਕੇ ਜਾ ਕੇ ਉਸ ਬੱਚੇ ਨੂੰ ਪਿਓ ਦੀ ਗੋਦ ਦੇ ਵਿੱਚੋਂ ਧੂ ਕੇ ਬਾਹਰ ਸੁੱਟ ਦਿੰਦੀ ਹੈ। ਜਦੋਂ ਬਾਹਰ ਸੁੱਟ ਦਿੰਦੀ ਹੈ ਤੇ ਧਰੂ ਦੇ ਮਨ ਵਿੱਚ ਬੜਾ ਰੋਸ ਆਉਂਦਾ ਕਿ ਹੈ ਤੇ ਇਹ ਵੀ ਮੇਰਾ ਪਿਤਾ, ਇਸ ਮੇਰੀ ਵੱਡੀ ਮਾਂ ਨੇ, ਕਿਉਂਕਿ ਉਸ ਸਮੇਂ ਵੱਡੀ ਮਾਂ ਦੀ ਛੋਟੀ ਮਾਂ ਦਾ ਦਰਜਾ ਦਿੱਤਾ ਜਾਂਦਾ ਸੀ। ਇਹ ਮੇਰੀ ਵੱਡੀ ਮਾਂ ਹੈ, ਇਹਨੇ ਮੈਨੂੰ ਕਿਉਂ ਬਾਹਰ ਸੁੱਟਿਆ। ਜਦੋਂ ਇਹ ਸਾਰਾ ਕੁਝ ਜਾ ਕੇ ਤੱਕ ਕੇ ਤੇ ਜਦੋਂ ਜਾ ਕੇ ਮਾਂ ਦੀ ਗੋਦ ਵਿੱਚ ਜਾ ਕੇ ਰੋਂਦਾ ਹੈ ਕਿ ਮਾਂ ਤੂੰ ਮੈਨੂੰ ਦੱਸ ਕਿ ਅਸਲ ਵਿੱਚ ਤੂੰ ਪਿਤਾ ਦੀ ਰਾਣੀ ਹੈ ਕਿ ਗੋਲੀ ਹੈ। ਤੇ ਉਸ ਮਾਂ ਨੇ ਆਖਿਆ, ਸੁਨੀਤਾ ਨੇ ਆਖਿਆ, ਇਹ ਮੇਰੇ ਪੁੱਤਰ, ਜੇ ਤੂੰ ਸੰਸਾਰ ਦੇ ਰੂਪ ਵਿੱਚ ਤੱਕੇ, ਦੁਨੀਆ ਦੇ ਅੰਦਰ ਤੱਕੇ, ਤੇ ਮੈਂ ਇਸ ਘਰ ਦੀ ਰਾਣੀ ਹਾਂ। ਵਿਆਹ ਕੇ ਜਦੋਂ ਮੈਨੂੰ ਲਿਆਂਦਾ ਗਿਆ ਸੀ ਉਦੋਂ ਮੈਂ ਰਾਣੀ ਬਣ ਕੇ ਆਈ ਸੀ।
इस राज महलों की मैं राणी अखवांदी सी, पर होया कि मेरे कर्मां की खेड है, क्योंकि इस संसार के उत्ते कर्मां तो बगैर कुछ नहीं मिलता। गुरु अर्जन पातशाह जी बख्शिश करते हैं कि इस कर्मां तो बगैर तो भगती भी नहीं मिलती, कर्मां तो बगैर राज भाग भी नहीं मिलता। गुरु अर्जन पातशाह जी का बसंत राग के अंदर शब्द है, हर का नाम ध्याए कै हो हरिया पाई, कर्म लिखन तै पाई है यह रुत सुहावी। ये कर्मां दे नाल रुत मिलती है कि जे किसी नूं अपनी जिंदगी दे विच राज भाग, अपनी जिंदगी दे विच नाम बंदगी मिल जाए। मां हुण इस बच्चे नूं ध्रुव नूं आखदी है कि पुत्र, ਜਦੋਂ ਮੈਂ ਵਿਆਹੀ ਆਈ ਸੀ ਉਦੋਂ ਤੇ ਮੈਂ ਰਾਜ ਦੇ ਉੱਤੇ, ਰਾਜ ਭਾਗ ਦੇ ਉੱਤੇ ਬੈਠ ਕੇ ਆਈ ਸੀ, ਮੈਨੂੰ ਰਾਣੀ ਦਾ ਦਰਜਾ ਪ੍ਰਾਪਤ ਸੀ, ਪਰ ਮੇਰੇ ਕਰਮ ਐਸੇ ਨੇ ਕਿ ਮੈਂ ਉਸ ਪਰਮਾਤਮਾ ਨੂੰ ਅਰਾਧਿਆ ਨਹੀਂ, ਜਪਿਆ ਨਹੀਂ, ਜਿਨ੍ਹਾਂ ਕਰਕੇ ਮੇਰੇ ਕਰਮ ਸੜ ਗਏ। ਤੇ ਹੁਣ ਮੈਂ ਇਸ ਘਰ ਦੀ ਰਾਣੀ ਹੁੰਦੀ ਹੋਈ ਵੀ ਗੋਲੀ ਦਾ ਦਰਜਾ ਰੱਖਦੀ ਹਾਂ, ਮੇਰੀ ਕੋਈ ਪੁੱਛ ਪੜਤਾਲ ਨਹੀਂ, ਮੈਨੂੰ ਕੋਈ ਪੁੱਛਦਾ ਨਹੀਂ। ਜਦੋਂ ਇੰਨੀ ਗੱਲ ਸੁਣਦਾ ਹੈ ਤੇ ਮਨ ਉੱਤੇ ਚੋਟ ਵੱਜਦੀ ਹੈ। ਇੱਕ ਛੋਟਾ ਬੱਚਾ ਹੈ ਕਿ ਰੱਬ ਪਰਮਾਤਮਾ ਦਾ ਨਾਮ, हे ਮਾਂ ਇਹ ਰੱਬ ਕੀ ਹੈ, ਪਰਮਾਤਮਾ ਦਾ ਨਾਮ ਕੀ ਹੈ? ਮਾਂ ਨੇ ਬੜੇ ਪਿਆਰ ਨਾਲ ਸਮਝਾਇਆ। ਜੇ ਤੇ ਹੁੰਦੀ ਅੱਜ ਦੇ ਸਮੇਂ ਵਿੱਚ ਕਲਯੁਗੀ ਮਾਂ, ਕਿਉਂਕਿ ਇਹ ਸਤਜੁਗੀ ਸਮੇਂ ਦੀ ਜਿਹੜੀ ਆ ਇਹ ਵਿਚਾਰ ਚੱਲ ਰਹੀ ਹੈ, ਸਤਜੁਗ ਦੀ, ਜਦੋਂ ਪਰਮਾਤਮਾ ਦਾ ਨਾਮ ਅਰਾਧਿਆ ਜਾਂਦਾ ਸੀ, ਜਪਿਆ ਜਾਂਦਾ ਸੀ। ਬਹੁਤ ਘੱਟ ਲੋਕ ਸਨ ਜਿਨ੍ਹਾਂ ਨੇ ਸਤਜੁਗ ਦੇ ਵਿੱਚ ਪਰਮਾਤਮਾ ਦਾ ਨਾਮ ਛੱਡਿਆ। ਜਦੋਂ ਇੰਨੀ ਗੱਲ ਪਤਾ ਚੱਲੀ ਤੇ ਮਾਂ ਪਰਮਾਤਮਾ ਦਾ ਨਾਮ ਕੀ ਹੈ, ਮਾਂ ਨੇ ਬੜੇ ਪਿਆਰ ਨਾਲ ਸਮਝਾਇਆ। ਅੱਜ ਦੀ ਮਾਂ ਦੀ ਤਰ੍ਹਾਂ ਨਹੀਂ ਆਖਿਆ ਕਿ ਇਹ ਭਾਈ ਤੇਰਾ ਸ਼ਰੀਕਾ ਹੈ, ਸ਼ਰੀਕਾ ਇਦਾਂ ਹੀ ਕਰਦਾ, ਤੂੰ ਸ਼ਰੀਕਾਂ ਦੇ ਮੂੰਹ ਦੇ ਵਿੱਚ ਜਿਹੜਾ ਵਾ ਉਹ ਡਾਂਗ ਦੇ ਕੇ ਰੱਖਣੀ ਹੈ, ਤੂੰ ਸ਼ਰੀਕਾਂ ਦੇ ਉੱਤੇ ਲੱਤ ਰੱਖਣੀ ਹੈ, ਭਾਵ ਆਪਣਾ ਆਪ ਜਿਤਾ ਕੇ ਰੱਖਣਾ ਨਹੀਂ। ਉਹਨੇ ਪੁੱਤਰ ਨੂੰ ਸਮਝਾਇਆ ਕਿ हे ਧਰੂ, ਵੇਖ ਇਸ ਸੰਸਾਰ ਦੇ ਉੱਤੇ ਜਿਹਨੇ ਬੰਦਗੀ ਨਹੀਂ ਕੀਤੀ ਉਹਨੂੰ ਇਸ ਸੰਸਾਰ ਦੇ ਉੱਤੇ ਕੁਝ ਪ੍ਰਾਪਤ ਨਹੀਂ ਹੁੰਦਾ। ਮਾਂ ਮੈਨੂੰ ਦੱਸ ਕਿ ਮੈਂ ਇਸ ਰਾਜਗੱਦੀ ਦਾ ਵਾਰਸ ਨਹੀਂ ਬਣ ਸਕਦਾ? ਮਾਂ ਨੇ ਆਖਿਆ ਨਹੀਂ, ਕਿਉਂਕਿ ਹੁਣ ਤੈਨੂੰ ਗੋਲੀ ਦਾ ਪੁੱਤਰ ਖਵਾਇਆ ਜਾਂਦਾ, ਤੇਰੇ ਤੋਂ ਵੱਡਾ ਉੱਤਮ ਹੈ ਜਿਹਨੂੰ ਇਸ ਰਾਜ ਭਾਗ, ਇਸ ਗੱਦੀ ਦੇ ਉੱਤੇ ਬਿਠਾਇਆ ਜਾਣਾ। ਤੈਨੂੰ ਕੁਝ ਕੁ ਹਿੱਸਾ ਤੇ ਮਿਲ ਸਕਦਾ, ਪਰ ਤੈਨੂੰ ਰਾਜ ਭਾਗ ਨਹੀਂ ਮਿਲ ਸਕਦਾ। ਮਾਂ ਕਿਸ ਤਰ੍ਹਾਂ ਰਾਜ ਭਾਗ ਮਿਲ ਸਕਦਾ? ਤੇ ਮਾਂ ਨੇ ਆਖਿਆ ਜੇ ਤੂੰ ਭਗਤੀ ਕਰੇ, ਪਰਮਾਤਮਾ ਦਾ ਨਾਮ ਜਪੇ, ਆਪਣੇ ਇਸ਼ਟ ਨੂੰ ਅਰਾਧੇ। ਤੇ ਭਗਤ ਧਰੂ ਫਿਰ ਜਿਹੜਾ ਉਹ ਘਰ ਛੱਡ ਕੇ ਚਲਾ ਗਿਆ। ਜਦੋਂ ਘਰ ਛੱਡ ਕੇ ਘਰ-ਬਾਰ ਤਿਆਗ ਕੇ ਤੁਰਿਆ ਨਾ, ਤੇ ਗੁਰੂ ਕੀ ਸੰਗਤ ਆਪਣਾ ਸਭ ਕੁਝ ਛੱਡ ਕੇ ਘਰੋਂ ਨਿਕਲ ਗਿਆ, ਜੰਗਲਾਂ ਵੱਲ ਨੂੰ ਤੁਰ ਪਿਆ। ਤੁਰਿਆ ਜਾਂਦਾ ਹੈ, ਜੰਗਲਾਂ ਦੇ ਵਿੱਚ ਤੁਰਿਆ ਜਾਂਦਾ ਹੈ। ਅਖੀਰ ਕੀ ਤੱਕਦਾ ਹੈ ਕਿ ਇੱਕ ਸਾਹਮਣੇ ਜੋ ਪਰਮਾਤਮਾ ਦੀ ਬੰਦਗੀ ਕਰਦਾ ਹੈ, ਜਿਹਦਾ ਭਾਈ ਗੁਰਦਾਸ ਜੀ ਨੇ ਨਾਮ ਨਾਰਦ ਮੁਨੀ ਲਿਖਿਆ, ਉਹਦੇ ਕੋਲ ਗਿਆ ਹੈ। ਉਹਨੇ ਫਿਰ ਇਸ ਬੱਚੇ ਨੂੰ ਆਵਾਜ਼ ਮਾਰ ਕੇ ਆਪਣੇ ਕੋਲ ਬਿਠਾਇਆ ਤੇ ਪੁੱਛਣ ਲੱਗਾ, ਪੁੱਤਰ ਤੂੰ ਕਿਸ ਵਾਸਤੇ ਆਇਆ ਹੈ? ਇਸ ਜੰਗਲ ਦੇ ਵਿੱਚ ਇੱਥੇ ਬੜੇ ਬੜੇ ਵੱਡੇ ਜਾਨਵਰ ਨੇ ਜਿਹੜੇ ਤੈਨੂੰ ਖਾ ਜਾਣਗੇ, ਤੇਰੀ ਉਮਰ ਛੋਟੀ ਹੈ। ਤੇ ਧਰੂ ਨੇ ਆਖਿਆ, ਇਹ ਮੁਨੀ ਜੀ, ਮੈਂ ਪ੍ਰਮਾਤਮਾ ਦਾ ਨਾਮ ਜਪਣ ਵਾਸਤੇ ਆਇਆ। ਮੈਂ ਸੰਸਾਰ ਨੂੰ ਤਿਆਗ ਦਿੱਤਾ, ਮੈਂ ਦੁਨੀਆ ਦੇ ਮੋਹ ਜੰਜਾਲ ਛੱਡ ਆਇਆ। ਮੈਂ ਚਾਹੁੰਦਾ ਹਾਂ ਕਿ ਮੈਂ ਪ੍ਰਮਾਤਮਾ ਦੀ ਬੰਦਗੀ ਕਰਾਂ, ਰੱਬ ਦੀ ਬੰਦਗੀ ਕਰਾਂ। ਤੇ ਫਿਰ ਇਸ ਨਾਰਦ ਮੁਨੀ ਨੇ ਭਗਤ ਧਰੂ ਨੂੰ ਜਿਹੜਾ ਵਾ ਉਹ ਉਪਦੇਸ਼ ਦਿੱਤਾ। ਤੇ ਭਗਤ ਧਰੂ ਫਿਰ ਉਸ ਪ੍ਰਮਾਤਮਾ ਦੀ ਆਰਾਧਨਾ ਦੇ ਵਿੱਚ, ਨਾਮ ਦੇ ਵਿੱਚ ਜੁਟ ਜਾਂਦਾ ਹੈ। ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜਿਹੜਾ ਵਾ ਉਹ ਨਾਮ ਦੇ ਵਿੱਚ ਆਪਣਾ ਮਨ ਜੋੜ ਕੇ ਤੇ ਸਦਾ ਉਹਨੂੰ ਧਿਆਉਣ ਲੱਗ ਜਾਂਦਾ ਹੈ। ਕੁਝ ਇੱਕ ਸਮਾਂ ਹੁੰਦਾ ਹੈ ਜਦੋਂ ਪਿਤਾ ਨੂੰ ਪਤਾ ਚੱਲਦਾ ਕਿ ਮੇਰਾ ਪੁੱਤਰ ਘਰ-ਬਾਰ ਛੱਡ ਕੇ ਦੌੜ ਗਿਆ, ਜੰਗਲਾਂ ਦੇ ਵਿੱਚ ਚਲਾ ਗਿਆ। ਆਪਣੇ ਅਹਿਲਕਾਰ ਭੇਜੇ ਤੇ ਨਾਲ ਇੱਕ ਸੁਨੇਹਾ ਭੇਜਿਆ
कि पुत्र तू घर आ जा, तेनू राज भाग दे देंगे, पर तू घर छड्ड के ना जा। पिता का मोह जाग पिया पुत्र प्रति, ते जदों मोह जागया ना ते फिर अपने ऐहलकार भेजे ते नाल लिखती भेजा कि मेरे पुत्र नूं जाके सुनेहा दे दिओ। कई चिर बाद जदों उहदे ऐहलकार जंगलों के विच लभदे लंघाउंदियां भगत ध्रुव नूं लभदे ने ते जाके उहदे पिता वल्लों दिता होया सुनेहा दिंदे ने कि ध्रुव जी तुहाडे पिता ने यह सुनेहा दिता है कि तुसीं हुण घर आ जाओ ते घर बार आण के संभाल लो, तुहानूं सारा राज भाग दिता। ते भगत ध्रुव जी फिर मन दे विच सोचदे ने कि जिस रब की भगती ते चलिया, रब की बंदगी करन दे राह ते चलिया राज भाग मिल गया, उस राह दे उत्ते चलिया की कुछ प्राप्त नहीं हो सकता। गुरु की संगत वेखो साडे मनां अंदर भी ये गल आवेगी, क्योंकि असीं बहुत घट ऐसियां साखियां ऐसे इतिहास साडा गुर इतिहास जिहड़ा है जां जिहड़ियां भाई गुरदास जी दीयां रचनावां दे अंदर गुरसिखां दे इतिहास जां भगत साहिबानां दे इतिहास जां ऐसे भगतां दे इतिहास साखियां जिहड़ियां असीं बहुत घट श्रवण करदे हां। पर गुरु अर्जन पातशाह जी बसंत राग के अंदर भी प्रमाण करते हैं कि भाई सुन साखी मन जप प्यार। वेखो जिहड़ा मनुख साखी श्रवण करदा ना अपने इतिहास नूं श्रवण करदा, उहदा प्यार परमात्मा दे नाम दे नाल पै जांदा ते ऐसा प्यार बनदा है कि गुरु साहब कहंदे ने अजामल उदरिया कर एक बार, कि अजामल इक्को वार परमात्मा का नाम जिहड़ा उचारण करके ते उधार पा लैंदा। वाल्मीकि हुआ साध संग ते अखीर विच गुरु अर्जन पातशाह जी कहंदे ध्रुव को मिलिया हर निसंग। ध्रुव ने परमात्मा नूं भोले भाव दे विच ही पा लिया, क्योंकि ध्रुव उस दी बंदगी करन लग पिया। मन विच सोचदा है कि जे मैं इस रस्ते के उत्ते अजे तो मैनू नारद मुनि ने एक उपदेश ही दिता, अजे तो मैं भगती के उत्ते राह दे इस पैंडे के उत्ते एक छोटा जिहा कदम ही धरिया ते मैनू राज भाग मिल गया, ते जे मैं इसकी बंदगी करा तो मैनू की कुछ प्राप्त नहीं हो सकता। सारे मोह तोड़ दिते, सारे बंधन जिहड़े ने वो तोड़ दिते ते भगत ध्रुव फिर अपने उस परमात्मा के नाम विच जुड़ गया ते सुनाह भेज दिता कि पिता जी हुण मैं वापस नहीं आउणा। पिता ने बड़ा विरलाप किया, मन के अंदर बड़ा पछतावा है। क्यों? क्योंकि जिस दिन मितरई माँ ने बाहों पकड़ के बाहर कढ़िया सी, जे किते उस दिन रोक लेंदा ते मेरा पुत्र ना जांदा। मन के अंदर विरलाप है, पर उधर भगत ध्रुव जी उस परमात्मा की बंदगी करते हैं, अपने इष्ट नूं आराध्या परम पदवी नूं पाउंदे ने, जिस बाबत भाई गुरदास जी लिखते हैं कि ऐसे भगत हार चले गुरमुख जग जीता, कि अखीर ऐसे भगत जिहड़े ने संसार दे उत्ते संसार नूं हार के, दुनिया नूं हार के, दुनिया पासों हार के, भाव दुनिया दे नाल मोह नहीं ते गुरु वाल नूं अपने इष्ट वाल नूं मुख करके संसार नूं जित लैंदे ने। एक अर्थ इहदे ने ते दूजे अर्थ ये ने कि जिहड़े मनुख संसार दे विच दुनिया दे अंदर खचत हो के संसार दे पदार्थां दे नाल मोह पा लैंदे ने, वो इस संसार दे उत्ते हार जांदे ने ते जिन्हां ने गुरु वाल नूं मुख कीता वो जित जांदे ने। तो इस पौड़ी दे अंदर भाई गुरदास जी ने जिहड़ा वा वो जिक्र कीता है। आओ बड़े प्यार दे नाल इस पौड़ी दे पहिलां असीं जिहड़ा सी वो मूल पाठ श्रवण कीता सी, हुण इहदे अर्थ करांगे। ध्रुव हसदा घर आया, कर प्यार प्यो पुछड़ लीता। भाई गुरदास जी कहते ने जदों भगत ध्रुव ना अपने वड्डे भरा नूं वेखदा है, उत्तम नूं, ते हसदा हसदा घर आउंदा है ते आण के की करदा है कि आण के दौड़ के अपने प्यो की पुछड़ विच उहदी बुकल विच जाके बैठ जाता है। भाई गुरदास जी कहते ने फिर होया कि बाहों पकड़ उठा लिया, मन विच रोस मतरई कीता।
ਫਿਰ ਕੀ ਹੋਇਆ ਕਿ ਜਦੋਂ ਪਿਓ ਦੀ ਕੁਛੜ ਵਿੱਚ ਆਪਣੀ ਸੁਤੇਲਣ ਦਾ ਪੁੱਤਰ ਵੇਖਿਆ, ਆਪਣੀ ਸੌਂਕਣ ਦਾ, ਜਿਹਨੂੰ ਕਹਿ ਦਿੰਦੇ ਸੌਂਕਣ, ਆਪਣੀ ਸੌਂਕਣ ਦਾ ਪੁੱਤਰ ਵੇਖਿਆ ਤੇ ਮਨ ਵਿੱਚ ਰੋਸ ਆਇਆ ਤੇ ਦੌੜ ਕੇ ਆਈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਆਣ ਕੇ ਉਹਨੂੰ ਬਾਂਹ ਫੜ ਕੇ ਨਾ ਤੇ ਬਹੁਤ ਜ਼ੋਰ ਦੇ ਨਾਲ ਉਹਨੂੰ ਫੜ ਕੇ ਬਾਹਰ ਸੁੱਟਿਆ ਪਿਓ ਦੀ ਗੋਦ ਵਿੱਚੋਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਉਹ ਭਗਤ ਧਰੂ ਡੁੱਡ ਹੋ ਲਿਕਾ ਮਾਂ ਪੁੱਛੈ ਤੂੰ ਸੁਆਣੀ ਹੈ ਕਿ ਸਰੀਤਾ, ਜਾ ਕੇ ਨਾ ਸਵਾਲ ਕਰਦਾ ਆਪਣੀ ਮਾਂ ਨੂੰ ਕਿ ਤੂੰ ਗੋਲੀ ਹੈ ਕਿ ਰਾਣੀ ਹੈ। ਤੇ ਫਿਰ ਮਾਂ ਕਹਿੰਦੀ ਹੈ ਸੁਆਣੀ ਹਾਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਮੈਂ ਜਨਮ ਦੀ ਸੁਆਣੀ ਹਾਂ, ਨਾ ਤੇ ਮੈਂ ਨਾਮ ਜਪਿਆ ਹੈ ਤੇ ਨਾ ਹੀ ਮੇਰੇ ਕੋਈ ਚੰਗੇ ਕਰਮ ਨੇ ਜਿਹਦੇ ਕਰਕੇ ਮੇਰਾ ਜਿਹੜਾ ਵਾ ਇਸ ਘਰ ਦੇ ਵਿੱਚ ਨਾਮ ਚੱਲੇ। ਕਿਉਂਕਿ ਜਨਮ ਦੀ ਭਾਵੇਂ ਮੈਂ ਰਾਣੀ ਹਾਂ, ਜਨਮ ਜਦੋਂ ਮੈਂ ਲਿਆ ਸੀ ਇੱਕ ਰਾਜ ਘਰਾਣੇ ਵਿੱਚ ਲਿਆ ਸੀ ਤੇ ਮੇਰਾ ਵਿਆਹ ਵੀ ਇੱਕ ਰਾਜ ਘਰਾਣੇ ਵਿੱਚ ਹੋਇਆ, ਇੱਕ ਰਾਜੇ ਦੇ ਨਾਲ ਹੋਇਆ, ਪਰ ਮੇਰੇ ਕਰਮ ਜਿਹੜੇ ਨੇ ਉਹ ਬੜੇ ਮਾੜੇ ਨੇ। ਮੇਰੀ ਭਗਤੀ ਜਿਹੜੀ ਆ ਉਹ ਕੁਝ ਨਹੀਂ, ਮੈਂ ਨਾ ਨਾਮ ਜਪਿਆ ਤੇ ਨਾ ਭਗਤੀ ਕੀਤੀ। ਇਸ ਕਰਕੇ ਹੁਣ ਮੇਰੇ ਕਰਮ ਬਹੁਤ ਮਾੜੇ ਨੇ। ਤੇ ਫਿਰ ਸਵਾਲ ਕਰਦੇ ਆ ਭਗਤ ਧਰੂ ਜੀ ਕਿ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਣ ਮਿੱਤਾ। ਇਹ ਜਿਹੜੇ ਮੇਰੇ ਸ਼ਤਰੂ ਨੇ ਇਹ ਮੇਰੇ ਮਿੱਤਰ ਨਹੀਂ, ਇਹ ਮੇਰੇ ਵੈਰੀ ਨੇ। ਇਹ ਕਿਸ ਤਰ੍ਹਾਂ ਮੇਰੇ ਮਿੱਤਰ ਬਣਨਗੇ, ਕਿਸ ਤਰ੍ਹਾਂ ਮੈਨੂੰ ਰਾਜ ਮਿਲੇਗਾ, ਕਿਹੜਾ ਮੈਂ ਉਦਮ ਕਰਾਂ, ਕਿਹੜਾ ਕਰਮ ਕਰਾਂ ਜਿਹਦੇ ਨਾਲ ਇਹ ਰਾਜ ਭਾਗ ਮੈਨੂੰ ਮਿਲ ਜਾਵੇ, ਮੈਂ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਾਂ। ਤੇ ਮਾਂ ਫਿਰ ਸੁਚੱਜੀ ਸੀ, ਉਹਨੇ ਆਖਿਆ ਪਰਮੇਸ਼ਰ ਅਰਾਧੀ ਹੈ ਜਿੱਦੂ ਹੋਈਏ ਪਤਿਤ ਪੁਨੀਤਾ। ਜੇ ਤੂੰ ਪਰਮੇਸ਼ਰ ਨੂੰ ਅਰਾਧੇ ਨਾ, ਕਿਉਂਕਿ ਪਰਮੇਸ਼ਰ ਨੂੰ ਯਾਦ ਕਰਨ ਦੇ ਨਾਲ ਪਤਿਤ ਤੋਂ ਪੁਨੀਤ ਹੋ ਜਾਈਦਾ। ਮਨੁੱਖ ਦੇ ਸਾਰੇ ਕਰਮ ਧੋਤੇ ਜਾਂਦੇ ਨੇ। ਸਾਰੀ ਜ਼ਿੰਦਗੀ ਜਿਹੜਾ ਵਾ ਮਨੁੱਖ ਮਲ ਇਕੱਠੀ ਕਰਦਾ ਏ ਤੇ ਜੇ ਕਿਤੇ ਉਹ ਪ੍ਰਮਾਤਮਾ ਦਾ ਨਾਮ ਅਰਾਧ ਲਏ, ਪਰਮਾਤਮਾ ਦੀ ਬੰਦਗੀ ਕਰ ਲਏ ਤੇ ਫਿਰ ਇਸ ਸੰਸਾਰ ਦੇ ਉੱਤੇ ਉਹਦਾ ਉਧਾਰ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਜਦੋਂ ਇਹ ਗੱਲ ਮਾਂ ਦੇ ਮੁਖ ਦੇ ਵਿੱਚੋਂ ਭਗਤ ਧਰੂ ਦੇ ਕੰਨਾਂ ਵਿੱਚ ਪਈ ਨਾ ਤੇ ਬਾਹਰ ਚੱਲਿਆ ਕਰਨ ਤਪ। ਫਿਰ ਘਰ ਤੋਂ ਬਾਹਰ ਤਪ ਕਰਨ ਵਾਸਤੇ ਨਿਕਲ ਪਿਆ। ਮਨ ਬੈਰਾਗੀ ਹੋਏ ਅਤੀਤਾ, ਮਨ ਦੇ ਵਿੱਚ ਵਿਰਾਗ ਭਰ ਕੇ ਫਿਰ ਉਸ ਪ੍ਰਮਾਤਮਾ ਦੀ ਆਪਣੀ ਇਸ਼ਟ ਦੀ ਆਰਾਧਨਾ ਕਰਨ ਲੱਗ ਪੈਂਦਾ ਹੈ। ਜਦੋਂ ਆਰਾਧਨਾ ਕਰਦਾ ਹੈ ਤੇ ਸਾਹਮਣੇ ਫਿਰ ਕੀ ਵੇਖਦਾ ਹੈ, ਨਾਰਦ ਮੁਨ। ਉਹਨੂੰ ਨਾਰਦ ਮੁਨ ਮਿਲਦਾ ਹੈ, ਨਾਰਦ ਮੁਨੀ। ਉਹਨੇ ਫਿਰ ਕੀ ਕੀਤਾ, ਉਪਦੇਸ਼ ਦਿੱਤਾ, ਨਾਮ ਨਿਧਾਨ ਅਮਿਓ ਰਸ ਪੀਤਾ। ਤੇ ਫਿਰ ਉਹਦੀ ਉਪਦੇਸ਼ ਦੇ ਨਾਲ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਹੀ ਖਜ਼ਾਨਾ ਉਹ ਚੱਖਿਆ। ਅਮਿਓ ਰਸ, ਜਿਹਦਾ ਰਸ ਕਦੇ ਖਤਮ ਨਹੀਂ ਹੋ ਸਕਦਾ, ਉਹ ਫਿਰ ਉਹਨੇ ਪੀ ਲਿਆ। ਤੇ ਜਦੋਂ ਇੰਨਾ ਕੁਝ ਹੋਇਆ ਨਾ, ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਰਾਜਾ ਜਿਹੜਾ ਉਹਦਾ ਪਿਤਾ ਸੀ, ਬੜਾ ਮਨ ਦੇ ਵਿੱਚ ਰੋਸ ਆਇਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਆਵਾਜ਼ ਦਿੱਤੀ, ਪਿੱਛੋਂ ਰਾਜੇ ਸੱਦਿਆ। ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਭੇਜਿਆ ਤੇ ਆਖਿਆ ਕਿ ਆ ਕੇ ਤੇ ਅਬਜਲ ਰਾਜ ਕਰੋ ਨਿਤ ਨੀਤਾ। ਨਿਤ ਇਹ ਨਹੀਂ ਕਿ ਇੱਕ ਦਿਨ ਤੁਸੀਂ ਆ ਸਾਰਾ ਰਾਜ ਭਾਗ ਸਾਂਭ ਲਓ। ਤੇ ਉੱਥੇ ਫਿਰ ਭਗਤ ਧਰੂ ਨੇ ਜਿਹੜਾ ਸੀ ਨਾ ਕਰ ਦਿੱਤੀ, ਆਖਣ ਲੱਗੇ ਨਹੀਂ ਭਾਈ, ਸਾਨੂੰ ਇਹ ਰਾਜ ਨਹੀਂ ਚਾਹੀਦਾ, ਇਹ ਰਾਜ ਭਾਗ ਸਾਨੂੰ ਨਹੀਂ ਚਾਹੀਦਾ, ਅਸੀਂ ਇਸ ਰਾਜ ਭਾਗ ਨੂੰ ਕੀ ਕਰਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਮੁਖ ਜਿਹੜੇ ਨੇ, ਜਿਨ੍ਹਾਂ ਨੇ ਆਪਣੀ ਇਸ਼ਟ ਦੀ ਆਰਾਧਨਾ ਕਰਦਿਆਂ ਜਗ ਦੇ ਵਿੱਚ ਜਗ ਜੀਤਾ, ਜਗ ਦੇ ਵਿੱਚ ਜਿੱਤ ਪ੍ਰਾਪਤ ਕਰ ਲਈ, ਹਾਰ ਚੱਲੇ। ਮੈਂ ਦੋ ਅਰਥ ਕੀਤੇ ਸਨ ਕਿ ਇੱਕ ਤੇ ਭਾਈ ਗੁਰਦਾਸ ਜੀ ਦੇ ਇਸ ਅਖੀਰਲੀ ਪੰਕਤੀ ਦੇ ਅਰਥ ਬਣਦੇ ਨੇ ਕਿ ਹਾਰ ਚੱਲੇ ਗੁਰਮੁਖ ਜਗ ਜੀਤਾ, ਜਿਨੇ ਸਾਰੇ ਸੰਸਾਰ ਦੇ ਪਦਾਰਥ ਜਿਹੜੇ ਨੇ ਉਹ ਹਾਰ ਦਿੱਤੇ, ਭਾਵ ਉਹਨਾਂ ਨੂੰ ਨਾ ਕਰਕੇ ਤੇ ਪ੍ਰਮਾਤਮਾ ਦੇ ਰਸਤੇ ਤੇ ਤੁਰ ਪਿਆ। ਦੂਜੇ ਅਰਥ ਇਹ ਬਣਦੇ ਨੇ ਕਿ ਹਾਰ ਚੱਲੇ ਜਿਹੜੇ ਮਨੁੱਖ ਪਦਾਰਥਾਂ ਦੇ ਨਾਲ ਪਿਆਰ ਪਾ ਲੈਂਦੇ ਨੇ,
इस धरती के उत्ते रहिंदियां होइयां वो जिंदगी हार जाते हैं ते जिन्हां ने गुरमुख गुरु वाल नूं मुख कर लिया, जग जीता, वो जगत नूं जित लेंदे हन। सो अज की ये भगत धरू की पहली पौड़ी दे विच जिहड़ी वारता है वो आप जी दे नाल सांझी कीती है। गुरु रहमत करे असीं इस साखियां दे उत्तों, इन्हां साखियां दे उत्तों कुछ प्राप्त करके अपने जीवन विच परमात्मा नूं आराधन लग जाइए, क्योंकि साडा फर्ज बनता है, मुढ़ला फर्ज है। गुरु साहब ने सानूं जिहड़ा वा वो उपदेश कीता है कि सदा उस परमात्मा की बंदगी करनी है। साडा जिहड़ा जीवन है, भई प्राप्त मानुख देहुरिया, गोबिंद मिलन की एह तेरी बरिया, ये वारी जिहड़ी है परमात्मा नूं मिलदी है, परमात्मा दे नाम नूं जपण दी है। सो ये साडा मुढ़ला फर्ज है कि असीं परमात्मा का नाम जपीए, परमात्मा की बंदगी करिए, जिस तरह भगत धरू ने कीती। असीं गुरबाणी के अंदर भी पढ़ते हैं कि भगत धरू ने परमात्मा का नाम जिहड़ा वा वो जिस तरह भगत धरू ने जपिया ना, उसी तरीके नाल जपना है। राम जपो जी ऐसे ऐसे, धरू प्रहलाद जपियो हर जैसे। जिस तरह भगत धरू ने अगली साखी जिहड़ी भगत प्रहलाद दी है वो असीं कल नूं सांझी करनी है। गुरबाणी कहती है कि जिस तरह भगत कबीर जी कहते जिस तरह धरू ते प्रहलाद ने रब का नाम लिया, उस तरीके दे नाल सानूं नाम लेना चाहिए है, उस तरीके दे नाल सानूं बंदगी करनी चाहिए है। सो इन्नी को विचार जिहड़ी अज असीं आप जी दे नाल सांझी कीती है। गुरु साहब रहमत करन सानूं अपनी जिंदगी दे विच परमात्मा का नाम आसरा लैके असीं अपनी जिंदगी कट्टीए। ऐसी गुरु बख्शिश करे, साडे ते रहमत भरिया हथ रखे, कोईयां भुलां दी खिमा। आओ अंतपुर फतेह बुलाइए। वाहिगुरू जी का खालसा, वाहिगुरू जी की फतेह। हुण किसी का कोई सवाल होवे अज दे इस क्लास के बाबत, तो जरूर सवाल कर सकता है। तुहाडे जिहड़े माइक ने वो चालू कर दिते ने, अपने माइक के उत्तों तुसीं सवाल पुछ सकते जे, क्योंकि अज 10वीं वार की पहली जिहड़ी पौड़ी है उसकी आरंभता हुई है, जिस विच भगत धरू बारे जिहड़ा वा वो जिक्र है। तो जिन्हें सवाल करना वो सवाल कर सकता है। हाँ जी भैन जी नरेंद्र कौर जी, वाहिगुरू जी। कोई नहीं जी, कुछ नहीं कह रही। वाहिगुरू जी का खालसा, वाहिगुरू फतेह। हाँ जी ठीक है जी, सारी संगत फिर इत्थे समाप्ति करिए। कल नूं असीं जिहड़ा वा वो भगत प्रहलाद की साखी दूजी पौड़ी आउणी है ते ओहदे ते विचार करांगे। सो इन्नियां क बेनतियां प्रवान करनियां। वाहिगुरू जी का खालसा, वाहिगुरू जी की फतेह।